ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ। ਜੀ ਹਾਂ, ਦੁਆਬਾ ਰੇਡੀਓ। ਬਹੁਤ ਹੀ ਪਿਆਰੇ ਵਿਦਿਆਰਥੀਓ, ਅੱਜ ਅਸੀਂ ਦੁਆਬਾ ਰੇਡੀਓ ਤੋਂ ਤੁਹਾਡੇ ਵਾਸਤੇ ਪ੍ਰੋਗਰਾਮ ਲੈ ਕੇ ਆਏ ਹਾਂ। ਸੁਣੋ ਸੁਣਾਵਾਂ ਪਾਠ ਪੜ੍ਹਾਵਾਂ। ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਅਧਿਆਪਕ ਡਾਕਟਰ ਅਰਮਨਪ੍ਰੀਤ ਸਿੰਘ, ਪੰਜਾਬੀ ਲੈਕਚਰਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ, ਜ਼ਿਲ੍ਹਾ ਹੁਸ਼ਿਆਰਪੁਰ, ਆਪ ਜੀ ਨੂੰ ਮੁਖਾਤਬ ਹੋ ਰਿਹਾ ਹਾਂ। ਪਿਆਰੇ ਬੱਚਿਓ, ਭਾਵੇਂ ਕਿ ਕਰੋਨਾ ਦੇ ਦੁਖਾਂਤ ਦੇ ਨਾਲ ਸਾਡੀ ਪੜ੍ਹਾਈ ਦਾ ਕੁਝ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਪਰੰਤੂ ਤੁਹਾਨੂੰ ਇਸ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਅਸੀਂ ਸਰਕਾਰ ਦੇ ਨਾਲ ਤੇ ਪ੍ਰਸ਼ਾਸਨ ਦੇ ਨਾਲ ਤੇ ਸਿੱਖਿਆ ਵਿਭਾਗ ਦੇ ਨਾਲ ਸਹਿਯੋਗ ਸਾਰੇ ਰਲ ਮਿਲ ਕੇ ਕਰ ਰਹੇ ਹਾਂ। ਤੁਹਾਡੇ ਤੱਕ ਤੁਹਾਨੂੰ ਤੁਹਾਡੇ ਜਿਹੜੀ ਪੜ੍ਹਾਈ ਹੈ ਉਹਦਾ ਨੁਕਸਾਨ ਨਹੀਂ ਹੋਣ ਦਿਆਂਗੇ, ਔਰ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਤੁਹਾਡੇ ਸਿਲੇਬਸ ਦੇ ਮੁਤਾਬਕ ਤੁਹਾਨੂੰ ਰੋਜ਼ ਅਸੀਂ ਪੰਜਾਬੀ ਲਾਜ਼ਮੀ ਦੇ ਤੇ ਚੋਣਵੀਂ ਪੰਜਾਬੀ ਦੇ ਲੈਕਚਰਾਂ ਦੁਆਰਾ ਤੁਹਾਨੂੰ ਜਾਣਕਾਰੀ ਮੁਹੱਈਆ ਕਰਾਈਏ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਪਿਆਰੇ ਵਿਦਿਆਰਥੀਓ, ਤੇ ਮੈਂ ਆਪ ਜੀ ਦੇ ਮਾਤਾ ਪਿਤਾ ਜੀ ਨੂੰ ਵੀ ਬਹੁਤ ਨਿੱਘੀ ਸਤਿ ਸ੍ਰੀ ਅਕਾਲ ਆਖਾਂਗਾ। ਮੈਂ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਜਿੰਨੇ ਵੀ ਸਰੋਤੇ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹਨ, ਉਹ ਬਾਕੀ ਵਿਦਿਆਰਥੀਆਂ ਨੂੰ ਟੈਲੀਫੋਨ ਦੇ ਨਾਲ ਜਾਂ ਜਿਸ ਤਰ੍ਹਾਂ ਦਾ ਵੀ ਤੁਹਾਡਾ ਸੰਪਰਕ ਹੋ ਸਕਦਾ ਹੈ, ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਮੋਟੀਵੇਟ ਕਰੀਏ, ਉਹਨਾਂ ਨੂੰ ਪ੍ਰੇਰਿਤ ਕਰੀਏ ਕਿ ਦੁਆਬਾ ਰੇਡੀਓ ਦੀ ਇਸ ਪੇਸ਼ਕਸ਼ ਤੋਂ ਵੱਧ ਤੋਂ ਵੱਧ ਉਹ ਲਾਭ ਉਠਾਉਣ ਇਸ ਲਾਕਡਾਊਨ ਦੇ ਸਮੇਂ ਦੇ ਵਿੱਚ। ਸੋ ਪਿਆਰੇ ਵਿਦਿਆਰਥੀਓ, ਆਓ ਅੱਜ ਅਸੀਂ 12ਵੀਂ ਸ਼੍ਰੇਣੀ ਵਾਸਤੇ ਲਾਜ਼ਮੀ ਪੰਜਾਬੀ ਦਾ ਜੋ ਵਿਸ਼ਾ ਹੈ ਸਾਡਾ, ਉਸ ਦੀ ਸਾਡੇ ਕੋਲ ਇੱਕੋ ਹੀ ਪੁਸਤਕ ਹੈ 12ਵੀਂ ਸ਼੍ਰੇਣੀ ਵਾਸਤੇ, ਜਿਸ ਦਾ ਨਾਂ ਹੈ ਲਾਜ਼ਮੀ ਪੰਜਾਬੀ ਪੁਸਤਕ, ਜਮਾਤ 12ਵੀਂ। ਇਸ ਦੇ ਵਿੱਚ ਪਿਆਰੇ ਵਿਦਿਆਰਥੀਓ ਸਾਡੇ ਕੋਲ 3 ਭਾਗ ਨੇ। ਇਹਦੇ ਵਿੱਚ ਤੀਜੇ ਭਾਗ ਦੇ ਵਿੱਚ ਕਵਿਤਾਵਾਂ ਤੇ ਕਹਾਣੀਆਂ ਦਾ ਪਾਠਕ੍ਰਮ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ਾਮਿਲ ਕੀਤਾ ਗਿਆ ਹੈ। ਉਸ ਦੇ ਵਿੱਚ ਅਸੀਂ ਕਵਿਤਾਵਾਂ ਦੇ ਭਾਗ ਦੇ ਵਿੱਚ ਜਿਹੜੀਆਂ ਕਵਿਤਾਵਾਂ ਸਨ ਸਾਡੇ ਕੋਲ ਹਨ, ਉਹਨਾਂ ਬਾਰੇ, ਉਹਨਾਂ ਦੀ ਲੜੀ ਦੇ ਵਿੱਚ ਅਸੀਂ ਕਵਿਤਾਵਾਂ ਦੇ ਪਾਠ ਅਤੇ ਉਹਨਾਂ ਦੇ ਸਰਲ ਅਰਥ ਕੇਂਦਰੀ ਭਾਵ ਛੋਟੇ ਪ੍ਰਸ਼ਨ ਤੁਹਾਡੇ ਨਾਲ ਸਾਂਝੇ ਕਰਦੇ ਆ ਰਹੇ ਹਾਂ। ਇਸ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ, ਮੈਂ ਤੁਹਾਡੇ ਨਾਲ ਨੰਦ ਲਾਲ ਨੂਰਪੁਰੀ ਦੀ ਬੜੀ ਹੀ ਪ੍ਰਸਿੱਧ ਕਵਿਤਾ ਚੁੰਮ ਚੁੰਮ ਰੱਖੋ ਕਵਿਤਾ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੀਤ। ਅੱਜ ਮੈਂ ਤੁਹਾਡੇ ਲਈ ਸਾਡੇ ਪੰਜਾਬੀ ਸਾਹਿਤ ਦੇ, ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ, ਪੰਜਾਬੀ ਸਾਹਿਤ ਦੇ ਮੋਢੀ, ਸਤਿਕਾਰਯੋਗ ਭਾਈ ਵੀਰ ਸਿੰਘ ਜੀ ਦੀ ਕਵਿਤਾ ਟੁਕੜੀ ਜਗ ਤੋਂ ਨਿਆਰੀ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਹਾਂ। ਸੋ ਆਓ ਪਿਆਰੇ ਵਿਦਿਆਰਥੀਓ, ਭਾਈ ਵੀਰ ਸਿੰਘ ਜੀ ਦੀ ਇਸ ਕਵਿਤਾ ਦਾ ਪਾਠ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਭਾਈ ਵੀਰ ਸਿੰਘ ਜੀ ਦੇ ਜੀਵਨ ਬਾਰੇ ਇੱਕ ਪੰਛੀ ਝਾਤ ਸਾਂਝੀ ਕਰੀਏ। ਪਿਆਰੇ ਵਿਦਿਆਰਥੀਓ, ਤੁਸੀਂ ਛੋਟੀਆਂ ਕਲਾਸਾਂ ਤੋਂ ਲੈ ਕੇ ਹੁਣ ਤੱਕ 12ਵੀਂ ਸ਼੍ਰੇਣੀ ਤੱਕ ਪਹੁੰਚੇ ਹੋ, ਤਾਂ ਤੁਸੀਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਾਠ ਵਿੱਚ ਜਾਂ ਆਪਣੇ ਅਧਿਆਪਕਾਂ ਦੇ ਕੋਲੋਂ ਕਲਾਸ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਨਾਮ ਜ਼ਰੂਰ ਤੁਹਾਡੇ ਕੰਨਾਂ 'ਚ ਪਿਆ ਹੋਵੇਗਾ। ਸਾਡੇ ਪੰਜਾਬੀ ਸਾਹਿਤ ਦੀ ਬਹੁਤ ਵੱਡੀ ਇੱਕ ਸਰਬੰਗੀ ਸ਼ਖਸੀਅਤ ਹੈ, ਸਰਬੰਗੀ ਸਾਹਿਤਕਾਰ ਹਨ, ਔਰ ਪੰਜਾਬੀ ਸਾਹਿਤ ਦੇ ਖਾਸ ਕਰਕੇ ਪੰਜਾਬੀ ਆਧੁਨਿਕ ਪੰਜਾਬੀ ਕਵਿਤਾ ਦੇ ਆਪਾਂ ਉਹਨਾਂ ਨੂੰ ਮੋਢੀਆਂ ਦੇ ਵਿੱਚ ਆਪਾਂ ਮੰਨਦੇ ਹਾਂ। ਔਰ ਸਰਬੰਗੀ ਸਾਹਿਤਕਾਰ ਹੋਣ ਦਾ ਮਤਲਬ ਹੁੰਦਾ ਸਰਬੰਗੀ ਉਹ ਸਾਹਿਤਕਾਰ ਜਿਹੜੇ ਸਾਹਿਤ ਦੇ ਸਾਰੇ ਅੰਗਾਂ ਦੇ ਵਿੱਚ, ਸਾਹਿਤ ਦੇ ਸਾਰੇ ਰੂਪਾਂ ਦੇ ਉੱਪਰ ਕਲਮ ਅਜ਼ਮਾਈ ਕਰਦੇ ਹਨ। ਔਰ ਭਾਈ ਸਾਹਿਬ ਜੀ ਨੇ ਕਵਿਤਾ ਤੋਂ ਲੈ ਕੇ, ਨਾਵਲ ਤੋਂ ਲੈ ਕੇ ਜਿਹੜੀ ਮਹਾਕਾਵ ਹੈ ਉਸ ਦੇ ਉੱਪਰ, ਸਾਹਿਤ ਰੂਪਾਂ ਦੇ ਉੱਪਰ, ਨਾਵਲ ਦੇ ਉੱਪਰ ਇਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ। ਔਰ ਸਭ ਤੋਂ ਵੱਡੀ ਜਿਹੜੀ ਪ੍ਰਸਿੱਧਤਾ ਹੈ ਭਾਈ ਸਾਹਿਬ ਜੀ ਨੂੰ ਪਿਆਰੇ ਵਿਦਿਆਰਥੀਓ, ਉਹ ਇੱਕ ਸਾਡੇ ਆਧੁਨਿਕ ਕਵੀ ਦੇ ਤੌਰ ਦੇ ਉੱਪਰ ਉਹਨਾਂ ਨੂੰ ਪ੍ਰਾਪਤ ਹੋਈ ਹੈ। ਔਰ ਭਾਈ ਸਾਹਿਬ ਜੀ ਦਾ ਜਨਮ 1872 ਈਸਵੀ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਡਾਕਟਰ ਚੰਦ ਸਿੰਘ ਜੀ ਦੇ ਘਰ ਹੋਇਆ। ਔਰ ਇਹਨਾਂ ਨੇ ਪਿਆਰੇ ਵਿਦਿਆਰਥੀਓ, ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਕੋਈ ਬਹੁਤੀ ਰਸਮੀ ਪੜ੍ਹਾਈ ਜੋ ਹੈ ਕਾਲਜ ਦੀ ਜਾਂ ਯੂਨੀਵਰਸਿਟੀਆਂ ਦੀ ਪੜ੍ਹਾਈ ਨਹੀਂ ਇਹਨਾਂ ਨੇ ਬਹੁਤਾ ਅਧਿਐਨ ਕੀਤਾ। ਸਿਰਫ ਆਪ ਜੀ ਨੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਨੇ ਸਵੈ ਅਧਿਐਨ ਰਾਹੀਂ ਹੀ ਇਹ ਬਹੁਤ ਸਾਰਾ ਸਾਹਿਤ ਪੜ੍ਹਿਆ, ਜਿਹਦੇ ਵਿੱਚ ਭਾਰਤੀ ਸਾਹਿਤ ਤੇ ਵਿਦੇਸ਼ੀ ਸਾਹਿਤ ਵੀ ਸ਼ਾਮਲ ਹੈ। ਉਸ ਦਾ ਇਹਨਾਂ ਨੇ ਘੋਖ ਕੀਤੀ, ਉਸ ਨੂੰ ਪੜ੍ਹਿਆ, ਉਸ ਨੂੰ ਰਸ ਮਾਣਿਆ।
ਔਰ ਭਾਈ ਵੀਰ ਸਿੰਘ ਨੇ ਜਦੋਂ ਕਵਿਤਾ ਲਿਖਣੀ ਸ਼ੁਰੂ ਕੀਤੀ ਪਿਆਰੇ ਵਿਦਿਆਰਥੀਓ, ਤੇ ਉਸ ਸਮੇਂ ਇੱਕ ਰਵਾਇਤ ਚੱਲ ਰਹੀ ਸੀ ਪੰਜਾਬੀ ਕਵਿਤਾ ਲਿਖਣ ਦੀ। ਉਹ ਸੀਗੀ ਛੰਦ-ਬੰਦ ਕਵਿਤਾ, ਮਤਲਬ ਛੰਦਾਬੰਦੀ ਦੇ ਵਿੱਚ ਕਵਿਤਾ ਲਿਖੀ ਜਾਂਦੀ ਸੀਗੀ। ਕੋਈ ਬਹੁਤੀ ਖੁੱਲੀ ਕਵਿਤਾ ਨਹੀਂ ਲਿਖੀ ਜਾਂਦੀ ਸੀ, ਵੱਡੀ ਕਵਿਤਾ ਨਹੀਂ ਲਿਖੀ ਜਾਂਦੀ ਸੀਗੀ। ਔਰ ਇਹੀ ਹੀ ਵਜ੍ਹਾ ਹੈ ਕਿ ਭਾਈ ਸਾਹਿਬ ਜੀ ਨੇ ਛੰਦਾਬੰਦੀ ਦੇ ਵਿੱਚ, ਤੋਲ ਤਕਾਂਤ ਦੇ ਵਿੱਚ ਬਿਲਕੁਲ ਛੰਦ ਯੁਕਤ ਕਵਿਤਾਵਾਂ, ਇੰਨੇ ਪਾਏਦਾਰ ਕਵਿਤਾਵਾਂ ਲਿਖੀਆਂ। ਉਹਨਾਂ ਦੀ ਕੋਈ ਲੰਬਾਈ ਚੌੜਾਈ ਜਾਂ ਬਹੁਤ ਵੱਡਾ ਵਿਸਥਾਰ ਨਹੀਂ ਸੀ ਕਵਿਤਾਵਾਂ ਦਾ, ਛੋਟੀਆਂ ਕਵਿਤਾਵਾਂ ਸਨ, ਲੇਕਿਨ ਉਹਨਾਂ ਦੇ ਵਿੱਚ ਭਾਵ ਦੀ ਉਡਾਰੀ, ਉਹਨਾਂ ਵਿੱਚ ਜਜ਼ਬੇ ਦੀ ਉਡਾਰੀ ਕਮਾਲ ਦੀ ਸੀ। ਔਰ ਉਹ ਛੰਦਾਬੰਦੀ ਦੇ ਵਿੱਚ ਸੀਗੀ, ਤੇ ਇਸ ਕਰਕੇ ਸਾਹਿਤਕ ਪੱਧਰ ਦੇ ਉੱਪਰ ਉਹਨਾਂ ਨੂੰ ਇੱਕ ਵਿਸ਼ੇਸ਼ਣ ਦਿੱਤਾ ਗਿਆ ਕਿ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਭਾਈ ਵੀਰ ਸਿੰਘ। ਔਰ ਪਿਆਰੇ ਵਿਦਿਆਰਥੀਓ, ਇਹਨਾਂ ਨੇ ਛੰਦਾਬੰਦੀ ਦੇ ਵਿੱਚ ਕਵਿਤਾ ਲਿਖ ਕੇ ਇਸ ਪੰਜਾਬੀ ਕਵਿਤਾ ਦੇ ਵਿੱਚ ਇੱਕ ਬੜਾ ਵੱਡਾ ਨਿਖਾਰ ਲਿਆਂਦਾ। ਔਰ ਇਹਨਾਂ ਦੀ ਕਵਿਤਾ ਦੇ ਵਿੱਚ ਜਿਹੜੇ ਵਿਸ਼ੇ ਸਨ ਉਹ ਪ੍ਰਕਿਰਤੀ ਪਿਆਰ, ਪ੍ਰਕਿਰਤੀ ਚਿਤਰਨ, ਦੇਸ਼ ਪਿਆਰ ਦਾ ਜਜ਼ਬਾ, ਵਲਵਲੇ ਅਤੇ ਸੰਗੀਤ ਦਾ ਪ੍ਰਗਟਾ, ਇਹਨਾਂ ਦੀ ਕਵਿਤਾ ਦੇ ਵਿਸ਼ੇਸ਼ ਗੁਣ ਸਨ। ਔਰ ਅੱਜ ਦੀ ਜੋ ਸਾਡਾ ਵਿਸ਼ਾ ਹੈ ਉਹ ਭਾਈ ਸਾਹਿਬ ਜੀ ਦੀ ਕਵਿਤਾ ਟੁਕੜੀ ਜਗ ਤੋਂ ਨਿਆਰੀ ਹੈ। ਇਸ ਦੇ ਨਾਲ ਕਿਉਂਕਿ ਅਸੀਂ ਉਹਨਾਂ ਨੂੰ ਕਵੀ ਦੇ ਤੌਰ ਤੇ ਆਪਾਂ ਅੱਜ ਗੱਲ ਚਰਚਾ ਕਰਾਂਗੇ, ਤੇ ਪਿਆਰੇ ਵਿਦਿਆਰਥੀਓ ਥੋੜ੍ਹੀ ਜਿਹੀ ਜਾਣਕਾਰੀ ਉਹਨਾਂ ਦੀ ਮੈਂ ਕਾਵਿ ਪੁਸਤਕਾਂ ਬਾਰੇ ਦੇਣੀ ਚਾਹਾਂਗਾ। ਭਾਈ ਸਾਹਿਬ ਜੀ ਨੇ ਬਹੁਤ ਸਾਰੀਆਂ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ, ਜਿਨ੍ਹਾਂ ਵਿੱਚ ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਕੰਬ ਦੀ ਕਲਾਈ, ਮੇਰੇ ਸਾਈਆਂ ਜੀਓ, ਅਤੇ ਬਹੁਤ ਹੀ ਮਹੱਤਵਪੂਰਨ ਬੜਾ ਪ੍ਰਸਿੱਧ ਉਹਨਾਂ ਦਾ ਮਹਾਕਾਵ ਹੋਇਆ ਮਹਾਕਾਵ ਰਾਣਾ ਸੂਰਤ ਸਿੰਘ। ਔਰ ਪਿਆਰੇ ਵਿਦਿਆਰਥੀਓ, ਉਹਨਾਂ ਨੂੰ ਮੇਰੇ ਸਾਈਆਂ ਜੀਓ ਉੱਤੇ ਬਹੁਤ ਵਕਾਰੀ ਵੱਡਾ ਇਨਾਮ ਵੀ ਜਿਹੜਾ ਹੈਗਾ, ਸਨਮਾਨ ਵੀ ਉਹਨਾਂ ਨੂੰ ਦਿੱਤਾ ਗਿਆ। ਆਓ ਆਪਾਂ ਪਹਿਲਾਂ ਟੁਕੜੀ ਜਗ ਤੋਂ ਨਿਆਰੀ ਕਵਿਤਾ ਦਾ ਪਾਠ ਕਰਦੇ ਹਾਂ। ਔਰ ਮੈਂ ਆਸ ਰੱਖਦਾ ਹਾਂ ਕਿ ਤੁਸੀਂ ਇਸ ਕਵਿਤਾ ਨੂੰ ਪੂਰਾ ਰਸ ਦੇ ਨਾਲ ਮਾਣੋਗੇ ਮੇਰੇ ਨਾਲ। ਮੈਂ ਇਸ ਦਾ ਉਚਾਰਨ ਕਰਾਂਗਾ, ਥੋੜਾ ਤਰਨਮ ਚ ਤੁਹਾਡੇ ਨਾਲ ਸਾਂਝੀ ਕਰਾਂਗਾ, ਕਿਉਂਕਿ ਕਵਿਤਾਵਾਂ, ਗੀਤ ਜਿਹੜੇ ਆ ਪਿਆਰੇ ਵਿਦਿਆਰਥੀਓ ਉਹ ਗਾਏ ਵੀ ਜਾਣੇ ਚਾਹੀਦੇ ਹਨ। ਔਰ ਇਹਨਾਂ ਦੇ ਨਾਲ ਸਾਨੂੰ ਆਉਣ ਵਾਲੇ ਬਾਕੀ ਜਿਹੜਾ ਅਸੀਂ ਸਾਡੀ ਸਾਹਿਤਕ ਰੁਚੀ ਹੈ, ਅਸੀਂ ਉਹਦੇ ਵਿੱਚ ਆਪਾਂ ਨਿਪੁੰਨਤਾ ਵੀ ਹਾਸਲ ਕਰ ਸਕਦੇ ਹਾਂ। ਆਓ ਇਸ ਕਵਿਤਾ ਦਾ ਪਾਠ ਵੀ ਕਰੀਏ, ਉਚਾਰਨ ਕਰੀਏ ਤਰਨਮ ਦੇ ਵਿੱਚ। ਟੁਕੜੀ ਜਗ ਤੋਂ ਨਿਆਰੀ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ, ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ, ਹੁਸਨ ਮੰਡਲ ਵਿੱਚ ਖੜੀ ਖੇਡਦੀ ਖੁਸ਼ੀਆਂ ਸ਼ੈਬਰ ਲਾਈ, ਹੁਸਨ ਮੰਡਲ ਵਿੱਚ ਖੜੀ ਖੇਡਦੀ ਖੁਸ਼ੀਆਂ ਸ਼ੈਬਰ ਲਾਈ, ਦੌੜੀ ਨੇ ਇੱਕ ਮੁੱਠ ਭਰ ਲਿੱਤੀ ਇਸ ਵਿੱਚ ਕੀ ਆਇਆ, ਦੌੜੀ ਨੇ ਇੱਕ ਮੁੱਠ ਭਰ ਲਿੱਤੀ ਇਸ ਵਿੱਚ ਕੀ ਆਇਆ, ਪਰਬਤ ਟਿੱਬੇ ਅਤੇ ਕਰੇਵੇਂ ਵਿੱਚ ਮੈਦਾਨ ਸੁਹਾਇਆ, ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ, ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ, ਠੰਡੀਆਂ ਛਾਵਾਂ ਮਿੱਠੀਆਂ ਵਾਵਾਂ ਬਨ ਬਾਗਾਂ ਜਿਹੇ ਸੁੰਦਰ, ਬਨ ਬਾਗਾਂ ਜਿਹੇ ਸੁੰਦਰ, ਬਰਫਾਂ ਮੀਂਹ ਧੁੱਪਾਂ ਤੇ ਬੱਦਲ ਰੁੱਤਾਂ ਮੇਵੇ ਪਿਆਰੇ, ਬਰਫਾਂ ਮੀਂਹ ਧੁੱਪਾਂ ਤੇ ਬੱਦਲ ਰੁੱਤਾਂ ਮੇਵੇ ਪਿਆਰੇ, ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ। ਅਗਲਾ ਪਿਆਰੇ ਵਿਦਿਆਰਥੀਓ ਸੁਣੋ ਬੰਦ। ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ, ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ, ਇਹ ਮੁੱਠੀ ਖੋਲੀ ਤੇ ਸੁੱਟਿਆ ਸਭ ਕੁਝ ਹੇਠ ਤਕਾ ਕੇ, ਇਹ ਮੁੱਠੀ ਖੋਲੀ ਤੇ ਸੁੱਟਿਆ ਸਭ ਕੁਝ ਹੇਠ ਤਕਾ ਕੇ। ਸੁਣੋ ਪਿਆਰੇ ਵਿਦਿਆਰਥੀਓ, ਜਿਸ ਥਾਵੇਂ ਧਰਤੀ ਤੇ ਆ ਕੇ ਇਹ ਮੁੱਠ ਡਿੱਗੀ ਸਾਰੀ, ਜਿਸ ਥਾਵੇਂ ਧਰਤੀ ਤੇ ਆ ਕੇ
ਇਹ ਮੁੱਠ ਡਿੱਗੀ ਸਾਰੀ ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜਗ ਤੋਂ ਨਿਆਰੀ ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜਗ ਤੋਂ ਨਿਆਰੀ ਹੈ ਧਰਤੀ ਪਰ ਸ਼ੋ ਅਸਮਾਨੀ ਸੁੰਦਰਤਾ ਵਿੱਚ ਲਿਸ਼ਕੇ ਹੈ ਧਰਤੀ ਪਰ ਸ਼ੋ ਅਸਮਾਨੀ ਸੁੰਦਰਤਾ ਵਿੱਚ ਲਿਸ਼ਕੇ ਧਰਤੀ ਦੇ ਰਸ ਸਵਾਦ ਨਜ਼ਾਰੇ ਰਮਜ਼ ਅਰਸ਼ ਦੀ ਚਮਕੇ ਧਰਤੀ ਦੇ ਰਸ ਸਵਾਦ ਨਜ਼ਾਰੇ ਰਮਜ਼ ਅਰਸ਼ ਦੀ ਚਮਕੇ ਰਮਜ਼ ਅਰਸ਼ ਦੀ ਚਮਕੇ ਰਮਜ਼ ਅਰਸ਼ ਦੀ ਚਮਕੇ। ਪਿਆਰੇ ਵਿਦਿਆਰਥੀਓ, ਇਹ ਭਾਈ ਵੀਰ ਸਿੰਘ ਜੀ ਦੀ ਕਵਿਤਾ ਟੁਕੜੀ ਜਗ ਤੋਂ ਨਿਆਰੀ ਦਾ ਅਸੀਂ ਥੋੜਾ ਤਰੰਨਮ ਦੇ ਵਿੱਚ ਪਾਠ ਕੀਤਾ। ਆਓ ਆਪਾਂ ਹੁਣ ਇਸ ਕਵਿਤਾ ਦੇ ਸਰਲ ਅਰਥ ਕਰੀਏ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ ਹੁਸਨ ਮੰਡਲ ਵਿੱਚ ਖੜੀ ਖੇਲਦੀ ਖੁਸ਼ੀਆਂ ਸ਼ੈਬਰ ਲਾਈ। ਇਸ ਕਵਿਤਾ ਨਾਲ ਜਾਣ ਪਛਾਣ ਤੁਹਾਡੀ ਕਰਵਾ ਦਈਏ ਕਿ ਇਹ ਪਿਆਰੇ ਵਿਦਿਆਰਥੀਓ ਜੋ ਕਵਿਤਾ ਹੈ ਟੁਕੜੀ ਜਗ ਤੋਂ ਨਿਆਰੀ, ਇਹ ਸਾਡੀ 12ਵੀਂ ਸ਼੍ਰੇਣੀ ਦੀ ਲਾਜ਼ਮੀ ਪੰਜਾਬੀ ਪੁਸਤਕ 12 ਦੇ ਵਿੱਚ ਦਰਜ ਕੀਤੀ ਗਈ ਹੈ। ਔਰ ਇਸ ਕਵਿਤਾ ਦੇ ਵਿੱਚ ਭਾਈ ਸਾਹਿਬ ਜੀ ਨੇ ਕਸ਼ਮੀਰ ਦੀ ਸੁੰਦਰ ਵਾਦੀ ਜੋ ਕੁਦਰਤੀ ਸੁੰਦਰਤਾ ਦੇ ਵਿੱਚ ਅਰਸ਼ੀ ਨਜ਼ਾਰਿਆਂ ਦੇ ਨਾਲ ਜਿਹੜੀ ਝਲਕਾਰਿਆਂ ਦੇ ਨਾਲ ਓਤ-ਪੋਤ ਹੈ ਉਹਦਾ ਵਰਣਨ ਕੀਤਾ ਹੈ। ਔਰ ਇਹ ਜਿਹੜੀਆਂ ਕਾਵਿ ਸਤਰਾਂ ਹਨ ਇਹਨਾਂ ਵਿੱਚ ਭਾਈ ਸਾਹਿਬ ਜੀ ਬਿਆਨ ਕਰਦੇ ਹਨ ਕਿ ਕੁਦਰਤ ਦੀ ਦੇਵੀ ਨੇ ਇਸ ਪ੍ਰਕਾਰ ਕਿਸ ਪ੍ਰਕਾਰ ਕਸ਼ਮੀਰ ਦੀ ਸਿਰਜਣਾ ਕੀਤੀ ਆ। ਉਹ ਕਿਉਂਕਿ ਹੁਸਨ ਮੰਡਲ ਦੇ ਵਿੱਚ ਖੇਡਦਿਆਂ ਕੁਦਰਤੀ ਦ੍ਰਿਸ਼ਾਂ ਦੇ ਨਾਲ ਉਸਨੇ ਓਤ-ਪੋਤ ਕਰ ਦਿੱਤਾ ਹੈ ਕਿਸ ਨੂੰ? ਕਸ਼ਮੀਰ ਦੀ ਧਰਤੀ ਨੂੰ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ। ਭਾਈ ਸਾਹਿਬ ਲਿਖਦੇ ਹਨ ਕਿ ਮੈਨੂੰ ਅਸਮਾਨ ਦੇ ਵਿੱਚ ਅੰਬਰਾਂ ਦੇ ਵਿੱਚ ਕੁਦਰਤ ਦੀ ਦੇਵੀ ਦਿਖਾਈ ਦਿੱਤੀ ਹੁਸਨ ਮੰਡਲ ਵਿੱਚ ਖੜੀ ਖੇਲਦੀ ਖੁਸ਼ੀਆਂ ਸ਼ੈਬਰ ਲਾਈ। ਭਾਈ ਸਾਹਿਬ ਕਹਿ ਰਹੇ ਹਨ ਕਿ ਮੈਂ ਦੇਖ ਰਿਹਾ ਹਾਂ ਕਿ ਆਕਾਸ਼ ਦੇ ਹੁਸਨ ਮੰਡਲ ਦੇ ਵਿੱਚ ਖੇਡ ਰਹੀ ਉਸ ਦੇਵੀ ਨੇ ਹੁਸਨ ਮੰਡਲ ਵਿੱਚ ਖੜੀ ਖੇਡਦੀ ਖੁਸ਼ੀਆਂ ਸ਼ੈਬਰ ਲਾਈ। ਉਸ ਨੇ ਖੁਸ਼ੀਆਂ ਦੀ ਸ਼ੈਬਰ ਲਾਈ ਹੋਈ ਸੀ, ਬਰਖਾ ਲਾਈ ਹੋਈ ਸੀ। ਉਹਦੀ ਇੱਕ ਤਰ੍ਹਾਂ ਦੀ ਬਹੁਤ ਜ਼ਿਆਦਾ ਉਸਨੇ ਖੁਸ਼ੀਆਂ ਦਾ ਇੱਕ ਤਰ੍ਹਾਂ ਦਾ ਭੰਡਾਰ ਇਕੱਠਾ ਕੀਤਾ ਹੋਇਆ ਸੀ। ਦੌੜੀ ਨੇ ਇੱਕ ਮੁੱਠ ਭਰ ਲਿੱਤੀ ਇਸ ਵਿੱਚ ਕੀ ਕੀ ਆਇਆ। ਭਾਈ ਸਾਹਿਬ ਕਹਿ ਰਹੇ ਹਨ ਕਿ ਉਸ ਨੇ ਉਸ ਕੁਦਰਤ ਦੀ ਦੇਵੀ ਨੇ ਹੁਸਨ ਮੰਡਲ ਵਿੱਚੋਂ ਇੱਕ ਮੁੱਠ ਭਰੀ ਹੈ। ਉਹ ਦੌੜ ਰਹੀ ਸੀ, ਭੱਜ ਰਹੀ ਸੀ। ਉਹਦੀ ਉਸਨੇ ਇੱਕ ਮੁੱਠੀ ਭਰੀ ਹੁਸਨ ਮੰਡਲ ਦੇ ਵਿੱਚੋਂ। ਉਸ ਵਿੱਚ ਕਿਹੜੀਆਂ ਨਿਆਮਤਾਂ ਕੁਦਰਤ ਦੀਆਂ ਆਈਆਂ ਹਨ, ਕਿਹੜੇ ਸੁੰਦਰਤਾ ਦੇ ਕੁਦਰਤੀ ਨਜ਼ਾਰੇ ਜਿਹੜੇ ਆ ਉਹ ਆਏ। ਉਹ ਕਿਹੜੇ ਆਏ ਹਨ? ਪਰਬਤ ਟਿੱਬੇ ਅਤੇ ਕਰੇਵੇਂ ਵਿੱਚ ਮੈਦਾਨ ਸੁਹਾਇਆ। ਇਸ ਮੁੱਠੀ ਦੇ ਵਿੱਚ ਪਰਬਤ, ਪਹਾੜ, ਟਿੱਬੇ, ਕਰੇਵੇਂ ਕਸ਼ਮੀਰ ਦੇ ਵਿੱਚ ਉਸ ਧਰਤੀ ਨੂੰ ਕਿਹਾ ਜਾਂਦਾ ਹੈ। ਜਿਹੜੇ ਉੱਪਰਲੇ ਪਰਬਤ ਹੁੰਦੇ ਹਨ ਜਿਨ੍ਹਾਂ ਦੀ ਸਤਹ ਜਿਹੜੀ ਉੱਪਰਲਾ ਹਿੱਸਾ ਜਿਹੜਾ ਉਹ ਪੱਧਰਾ ਹੋ ਚੁੱਕਾ ਹੁੰਦਾ ਹੈ ਉਸ ਨੂੰ ਕਰੇਵਿਆਂ ਦੇ ਨਾਲ ਪਿਆਰੇ ਵਿਦਿਆਰਥੀਓ ਜਾਣਿਆ ਜਾਂਦਾ ਹੈ। ਸੋਹਣੇ ਮੈਦਾਨ, ਚਸ਼ਮੇ, ਨਾਲੇ, ਨਦੀਆਂ, ਇਹ ਸਾਰਾ ਕੁਝ ਉਹਦੀ ਮੁੱਠੀ ਦੇ ਵਿੱਚ ਆ ਗਿਆ। ਹੋਰ ਕੀ ਆਇਆ? ਚਸ਼ਮੇ, ਨਾਲੇ, ਨਦੀਆਂ, ਝੀਲਾਂ, ਨਿੱਕੇ ਜਿਵੇਂ ਸਮੁੰਦਰ, ਠੰਡੀਆਂ ਛਾਵਾਂ, ਮਿੱਠੀਆਂ ਹਵਾਵਾਂ, ਬਨ ਬਾਗਾਂ ਜਿਹੇ ਸੁੰਦਰ। ਉਸ ਮੁੱਠੀ ਦੇ ਵਿੱਚ ਠੰਡੀਆਂ ਛਾਵਾਂ, ਮਿੱਠੀਆਂ ਹਵਾਵਾਂ, ਬਾਗਾਂ ਵਰਗੇ ਸੋਹਣੇ ਜੰਗਲ, ਬਰਫਾਂ, ਮੀਂਹ, ਧੁੱਪਾਂ, ਬੱਦਲ। ਇਹਦੇ ਨਾਲ ਹੋਰ ਕੀ ਆ? ਬਰਫਾਂ, ਮੀਂਹ, ਧੁੱਪਾਂ ਤੇ ਬੱਦਲ, ਰੁੱਤਾਂ, ਮੇਵੇ ਪਿਆਰੇ। ਰੁੱਤਾਂ ਦੇ ਮੇਵੇ ਵੀ ਉਹਦੇ ਸਾਰੇ ਯਾਰੇ ਉਹਦੀ ਮੁੱਠੀ 'ਚ ਆ ਗਏ। ਜਿਵੇਂ ਕਸ਼ਮੀਰ ਦੇ ਵਿੱਚ, ਜੰਮੂ ਦੇ ਵਿੱਚ ਅਸੀਂ ਆਮ ਕਹਿੰਦੇ ਹਾਂ ਕਿ ਉੱਥੇ ਦੇ ਮੇਵੇ ਜਿਹੜੇ ਆ ਉਹ ਅਖਰੋਟ ਵਗੈਰਾ, ਬਦਾਮ ਵਗੈਰਾ, ਸੇਬ, ਹੋਰ ਵੀ ਫਲ ਔਰ ਸੁੱਕੇ ਮੇਵੇ ਜਿਹੜੇ ਅਸੀਂ ਖਾਂਦੇ ਹਾਂ ਕਸ਼ਮੀਰ ਤੋਂ ਸਾਨੂੰ ਪ੍ਰਾਪਤ ਹੁੰਦੇ ਆ ਧਰਤੀ ਤੋਂ। ਇਹ ਸਾਰੇ ਭਾਈ ਸਾਹਿਬ ਕਹਿ ਰਹੇ ਹਨ ਕਿ ਕੁਦਰਤ ਦੀ ਦੇਵੀ ਨੇ ਉੱਥੇ ਆਪਣੀ ਦਇਆ ਦ੍ਰਿਸ਼ਟੀ ਨਾਲ, ਆਪਣੀ ਕਿਰਪਾਲੂ ਦ੍ਰਿਸ਼ਟੀ ਦੇ ਨਾਲ ਉਸ ਧਰਤੀ ਦੇ ਉੱਪਰ ਉਹ ਸੁੱਟੇ ਹੋਏ ਹਨ। ਇਹਨਾਂ ਦੇ ਨਾਲ ਹੀ ਉਸ ਮੁੱਠੀ ਵਿੱਚ ਸਾਰੇ ਅਸਮਾਨੀ ਨਜ਼ਾਰੇ ਵੀ ਆ ਗਏ ਹਨ। ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ। ਅਗਲੀਆਂ ਸਤਰਾਂ ਨੇ ਇਸ ਕਵਿਤਾ ਦੀਆਂ। ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ। ਭਾਈ ਸਾਹਿਬ ਕਹਿ ਰਹੇ ਹਨ ਕਿ ਸੋਹਣੀ ਕੁਦਰਤ ਦੇਵੀ ਨੇ ਅਸਮਾਨ ਦੇ ਉੱਪਰ ਖੜੇ ਹੋ ਕੇ ਉਹਨੇ ਧਰਤੀ ਵੱਲ ਵੇਖਿਆ ਕਿ ਇਹ ਨਿਆਮਤਾਂ ਕਿੱਥੇ ਦਿੱਤੀਆਂ ਜਾਣ,
ਇਹ ਮੁੱਠੀ ਖੋਲੀ ਤੇ ਸੁੱਟਿਆ ਸਭ ਕੁਝ ਹੇਠ ਤਕਾ ਕੇ। ਉਹਨੇ ਹੇਠਾਂ ਦੇਖਿਆ, ਉਹਨੂੰ ਇੱਕ ਚੀਜ਼ ਜਗ੍ਹਾ ਨਜ਼ਰ ਆਈ। ਉਸਨੇ ਆਪਣੀ ਮੁੱਠੀ ਵਗਾ ਕੇ, ਜੋ ਉਸ ਦੀ ਮੁੱਠੀ ਦੇ ਵਿੱਚ ਪ੍ਰਕਿਰਤੀ ਦੇ ਸੁੰਦਰ ਦ੍ਰਿਸ਼ ਸਨ, ਜੋ ਪ੍ਰਕਿਰਤੀ ਦੇ, ਕੁਦਰਤ ਦੇ, ਮਨੁੱਖ ਦੀ ਰੂਹ ਨੂੰ, ਆਤਮਾ ਨੂੰ ਮਨਮੋਹਿਤ ਕਰਨ ਵਾਲੇ, ਖਿੱਚਣ ਵਾਲੇ ਅਰਸ਼ੀ ਨਜ਼ਾਰੇ ਸਨ, ਜੋ ਮੇਵੇ ਸਨ ਮਨੁੱਖ ਵਾਸਤੇ, ਉਹ ਇਦਾਂ ਦੀਆਂ ਨਿਆਮਤਾਂ, ਇਦਾਂ ਦੇ ਤੋਹਫੇ, ਇਦਾਂ ਦੀਆਂ ਕਹਿ ਸਕਦੇ ਹਾਂ ਕਿ ਖਜ਼ਾਨੇ ਕੁਦਰਤ ਦੇ ਜਿਹੜੇ ਹਨ, ਉਸ ਕੁਦਰਤੀ ਦੇਵੀ ਨੇ ਉਹ ਥੱਲੇ ਵਗਾ ਕੇ ਸੁੱਟ ਦਿੱਤੇ। ਭਾਈ ਸਾਹਿਬ ਅੱਗੇ ਕਹਿ ਰਹੇ ਹਨ, ਜਿਸ ਥਾਂ ਮੇ ਧਰਤੀ ਤੇ ਆ ਕੇ ਇਹ ਮੁੱਠ ਡਿੱਗੀ ਸਾਰੀ। ਇੱਥੇ ਹੁਣ ਭੇਦ ਖੋਲਣ ਲੱਗੇ ਆ, ਇੱਕ ਰਹੱਸ ਲੱਗੇ ਖੋਲਣ ਸਾਡੇ ਸਾਹਮਣੇ, ਕਿ ਜਿਸ ਜਗ੍ਹਾ ਤੇ ਇਹ ਮੁੱਠੀ ਦੇ ਵਿੱਚ ਪਈਆਂ ਸਾਰੀਆਂ ਨਿਆਮਤਾਂ ਡਿੱਗੀਆਂ ਹਨ, ਕਿੱਥੇ ਡਿੱਗੀਆਂ ਆ ਕੇ, ਜਿੱਥੇ ਡਿੱਗ ਪਈਆਂ ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜਗ ਤੋਂ ਨਿਆਰੀ। ਇਹ ਭਾਈ ਉਹ ਕਸ਼ਮੀਰ ਬਣਿਆ ਹੋਇਆ ਹੈ ਜਿੱਥੇ ਕੁਦਰਤ ਨੇ ਬਹੁਤ ਜ਼ਿਆਦਾ ਖੂਬਸੂਰਤ ਦ੍ਰਿਸ਼ ਜਿਹੜੇ ਆ, ਨਜ਼ਾਰੇ ਆ, ਨਿਆਮਤਾਂ ਜਿਹੜੀਆਂ ਸੁੱਟੀਆਂ ਹੋਈਆਂ ਹਨ, ਉੱਥੇ ਕਸ਼ਮੀਰ ਬਣਿਆ। ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜਗ ਤੋਂ ਨਿਆਰੀ। ਇਸ ਕਰਕੇ ਇਹ ਸਾਰੇ ਸੰਸਾਰ ਤੋਂ ਨਿਆਰੀ ਜਗ੍ਹਾ ਬਣ ਗਈ ਹੈ, ਨਿਆਰੀ, ਪਿਆਰੀ, ਸਤਿਕਾਰ ਕਰਨ ਵਾਲੀ, ਦੇਖਣਯੋਗ ਜਗ੍ਹਾ ਬਣ ਗਈ ਹੈ। ਕਿਹੜੀ? ਕਸ਼ਮੀਰ। ਕਿਉਂ ਬਣੀ ਹੈ ਦੇਖਣਯੋਗ ਜਗ੍ਹਾ, ਨਿਆਰੀ ਜਗ੍ਹਾ ਕਿਉਂ ਬਣ ਗਈ ਹੈ? ਭਾਈ ਸਾਹਿਬ ਕਹਿ ਰਹੇ ਹਨ, ਕਿਉਂਕਿ ਇੱਥੇ ਕੁਦਰਤ ਦੀ ਦੇਵੀ ਨੇ ਆਪਣੇ ਆਪ ਹੀ ਇਸ ਨੂੰ ਸਿਰਜਿਆ ਹੋਇਆ। ਇਸ ਕਸ਼ਮੀਰ ਜਿਹੜਾ ਹੈ ਮਨੁੱਖਾਂ ਦਾ ਸਿਰਜਿਆ ਹੋਇਆ ਨਹੀਂ ਹੈ। ਇਹ ਕਿਹਨੇ ਸਿਰਜਿਆ ਆ? ਇਹ ਕੁਦਰਤ ਨੇ ਸਿਰਜਿਆ ਹੋਇਆ ਹੈ। ਹੁਣ ਅੱਗੇ ਇੱਕ ਸੱਟਾ ਹੋਰ ਕੱਢਦੇ ਆ ਕਿ ਹੈ ਧਰਤੀ ਪਰ ਸ਼ੋ ਅਸਮਾਨੀ ਸੁੰਦਰ ਚਾਹ ਵਿੱਚ ਲਿਸ਼ਕੇ। ਪਰ ਕਹਿਣ ਨੂੰ ਤਾਂ ਇਹ ਇੱਕ ਧਰਤੀ ਦਾ ਟੁਕੜਾ ਹੈ ਲੋਕਾਂ ਵਾਸਤੇ, ਮਨੁੱਖਾਂ ਵਾਸਤੇ, ਪਰ ਭਾਈ ਵੀਰ ਸਿੰਘ ਦੀ ਕਾਵ ਦ੍ਰਿਸ਼ਟੀ ਜਿਹੜੀ ਹੈ, ਉਹਨਾਂ ਦੀ ਕਾਵ ਉਡਾਰੀ ਜਿਹੜੀ ਆ, ਉਹ ਅਸਮਾਨਾਂ ਤੱਕ ਜਾਂਦੀ ਹੈ, ਕੁਦਰਤੀ ਦੇਵੀ ਤੱਕ ਪਹੁੰਚਦੀ ਹੈ ਕਿ ਪਿਆਰੇ ਬੱਚਿਓ, ਇਹ ਜਿਹੜੀ ਧਰਤੀ ਹੈ, ਭਾਵੇਂ ਕਿ ਬੇਸ਼ੱਕ ਕਹਿਣ ਨੂੰ ਧਰਤੀ ਦਾ ਟੋਟਾ ਹੈ, ਪਰ ਇਹ ਅਜੀਬ ਕਿਉਂ ਹੈ? ਜੱਗ ਤੋਂ ਵੱਖਰੀ ਕਿਉਂ ਹੈ? ਜੱਗ ਤੋਂ ਇਹਦਾ ਨਿਆਰਾਪਨ ਕੀ ਹੈ? ਇਹ 'ਚ ਨਿਆਰਾਪਨ ਕੀ ਹੈ? ਵਿਲੱਖਣਤਾ ਕੀ ਹੈ? ਉਹ ਇਹ ਹੈ ਕਿ ਇਸ ਨੂੰ ਕੁਦਰਤ ਦੀ ਦੇਵੀ ਨੇ ਆਪਣੇ ਆਪ ਸਿਰਜਿਆ, ਆਪਣੇ ਹੱਥਾਂ ਦੇ ਨਾਲ, ਆਪਣੇ ਸੋਚ ਦੇ ਨਾਲ, ਆਪਣੀ ਸੁੰਦਰਤਾ ਦੀ ਦ੍ਰਿਸ਼ਟੀ ਦੇ ਨਾਲ ਇਸ ਨੂੰ ਸਿਰਜਿਆ ਹੈ। ਇਹਨੂੰ ਅਸਮਾਨਾਂ ਦੀ ਸ਼ੋਅ ਲੱਗੀ ਹੋਈ ਹੈ। ਧਰਤੀ ਦੇ ਰਸ ਸਵਾਦ ਨਜ਼ਾਰੇ, ਰਮਜ ਅਰਸ਼ ਦੀ ਚਮਕੀ। ਧਰਤੀ ਦੇ ਰਸ ਤੇ ਸਵਾਦ ਨਾਲ ਭਰੇ ਇਸ ਦੇ ਨਜ਼ਾਰਿਆਂ ਵਿੱਚੋਂ ਕਿਸੇ ਅਸਮਾਨੀ ਭੇਦ ਦਾ ਅਨੁਭਵ ਪ੍ਰਾਪਤ ਹੁੰਦਾ ਹੈ। ਭਾਈ ਸਾਹਿਬ ਕਹਿੰਦੇ ਹਨ, ਭਾਵ ਕਸ਼ਮੀਰ ਦੀ ਜਿਹੜੀ ਸੁੰਦਰਤਾ ਹੈ, ਇਹਦੀ ਜਿਹੜੀ ਦੇਖਣ ਲੁਭਾਵਣੀ ਜਿਹੜੀ ਇਹਦਾ ਦ੍ਰਿਸ਼ ਹਨ, ਅਦਭੁਤ ਵਿਸਮਾਦਮਈ ਹਨ, ਇਹ ਰੱਬੀ ਹਨ, ਇਹ ਕੁਦਰਤੀ ਹਨ। ਸੋ ਪਿਆਰੇ ਵਿਦਿਆਰਥੀਓ, ਆਓ ਥੋੜੇ ਜਿਹੇ ਆਪਾਂ ਇਹਦੇ ਕਵਿਤਾ ਦਾ ਕੇਂਦਰੀ ਭਾਵ ਵੀ ਪਿਆਰੇ ਵਿਦਿਆਰਥੀਓ ਆਪਾਂ ਲਿਖਾਂਗੇ। ਇਸ ਦਾ ਕੇਂਦਰੀ ਭਾਵ ਆਪਾਂ ਲਿਖਾਂਗੇ ਬੜਾ ਸ਼ਾਰਟ ਦੇ ਵਿੱਚ। ਕੇਂਦਰੀ ਭਾਵ ਥੋੜਾ ਸੰਖੇਪ ਲਿਖਣਾ ਹੁੰਦਾ ਹੈ, ਉਹਦਾ ਇੱਕ ਨਿਚੋੜ ਹੁੰਦਾ ਹੈ, ਥੀਮ ਹੁੰਦਾ ਹੈ ਉਹਦਾ। ਆਪਾਂ ਉਹਦਾ ਕੇਂਦਰੀ ਭਾਵ ਜੇ ਲਿਖਣਾ ਹੋਵੇ ਤਾਂ ਆਪਾਂ ਇਸ ਤਰ੍ਹਾਂ ਕਰਾਂਗੇ ਕਿ ਕਸ਼ਮੀਰ ਦੀ ਧਰਤੀ ਸੰਸਾਰ ਭਰ ਦੇ ਵਿੱਚੋਂ, ਦੁਨੀਆ ਭਰ ਦੇ ਵਿੱਚੋਂ ਇੱਕ ਅੱਡਰੀ, ਨਿਆਰੀ ਤੇ ਵੱਖਰੀ ਧਰਤੀ ਹੈ। ਇਸ ਦਾ ਨਿਰਮਾਣ, ਇਸ ਦੀ ਸਿਰਜਣਾ ਆਪ ਹੀ ਸਵੈ ਦੇ ਵਿੱਚੋਂ ਕੁਦਰਤ ਦੀ ਦੇਵੀ ਨੇ ਆਪ ਕੀਤੀ ਹੈ, ਇਸ ਦੀ ਰਚਨਾ, ਜਿਸ ਕਰਕੇ ਕਸ਼ਮੀਰ ਦੀ ਇਸ ਧਰਤੀ ਨੂੰ ਅਸਮਾਨੀ ਸੁੰਦਰਤਾ ਦਾ ਜਿਹੜਾ ਹੈ ਉਹ ਝਲਕਾਰੀ ਇਸ ਦੇ ਵਿੱਚੋਂ ਪ੍ਰਾਪਤ ਕਰਦੀ ਹੈ। ਇਸ ਵਿੱਚੋਂ ਅਰਸ਼ੀ ਰਮਜਾਂ ਝਲਕਦੀਆਂ, ਭਾਈ ਸਾਹਿਬ ਕਹਿੰਦੇ, ਪ੍ਰਤੀਤ ਹੁੰਦੀਆਂ ਹਨ। ਇਹ ਕੁਦਰਤ ਦੀ ਦੇਵੀ ਦੀ ਸਿਰਜਣਾ ਹੈ। ਇਸ ਕਰਕੇ ਕਸ਼ਮੀਰ ਜਿਹੜਾ ਹੈ ਉਹ ਦੁਨੀਆ ਤੋਂ ਇੱਕ ਵੱਖਰੀ ਹੋਂਦ ਰੱਖਦਾ ਹੈ। ਪਿਆਰੇ ਵਿਦਿਆਰਥੀਓ, ਇਸ ਕਵਿਤਾ ਦੇ ਵਿੱਚੋਂ ਸਾਡੇ ਬੋਰਡ ਦੇ ਪੇਪਰਾਂ ਦੇ ਵਿੱਚ ਵੀ ਛੋਟੇ ਪ੍ਰਸ਼ਨ ਆ ਸਕਦੇ ਆ। ਅਭਿਆਸ ਦੇ ਪ੍ਰਸ਼ਨ ਮੈਂ ਤੁਹਾਡੇ ਨਾਲ ਥੋੜੇ ਜਿਹੇ ਸਾਂਝੇ ਕਰ ਦਵਾਂਗਾ। ਟੁਕੜੀ ਜਗ ਤੋਂ ਨਿਆਰੀ ਕਵਿਤਾ ਦੇ ਕਵੀ ਦਾ ਨਾਂ ਦੱਸੋ ਜਾਂ ਰਚਨਾਕਾਰ ਦਾ ਨਾਂ ਦੱਸੋ। ਸੁਭਾਵਿਕ ਹੀ ਪਿਆਰੇ ਵਿਦਿਆਰਥੀਓ, ਤੁਹਾਡੇ ਕੋਲੋਂ ਉੱਤਰ ਦੀ ਆਸ ਕੀਤੀ ਜਾਵੇਗੀ ਕਿ ਤੁਸੀਂ ਭਾਈ ਵੀਰ ਸਿੰਘ ਜੀ ਦਾ ਨਾਂ ਲਵੋਗੇ। ਆਪਣੀ ਪਾਠ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਦਾ ਨਾਂ ਦੱਸੋ। ਫਿਰ ਵੀ ਇਹੀ ਉੱਤਰ ਆਏਗਾ ਕਿ ਟੁਕੜੀ ਜਗ ਤੋਂ ਨਿਆਰੀ। ਪ੍ਰਸ਼ਨ ਹੈ ਕਿ ਟੁਕੜੀ ਜਗ ਤੋਂ ਨਿਆਰੀ ਕਵਿਤਾ ਵਿੱਚ ਖੁਸ਼ੀਆਂ ਨੇ ਕਿਸ ਨੂੰ ਸ਼ੈਬਰ ਲਾਈ ਹੈ? ਉੱਤਰ ਹੋਵੇਗਾ ਹੁਸਨ ਮੰਡਲ ਨੂੰ। ਟੁਕੜੀ ਜਗ ਤੋਂ ਨਿਆਰੀ ਕਵਿਤਾ ਵਿੱਚ ਚਸ਼ਮੇ, ਨਾਲੇ, ਨਦੀਆਂ, ਝੀਲਾਂ ਤੇ ਸਮੁੰਦਰ ਕਿਸ ਤਰ੍ਹਾਂ ਦੇ ਜਾਪ ਰਹੇ ਸਨ? ਕਵਿਤਾ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਉੱਤਰ ਇਸ ਦਾ ਕਿ ਨਿੱਕੇ ਨਿੱਕੇ ਸਮੁੰਦਰਾਂ ਵਰਗੇ ਉਹ ਝਲਕ ਰਹੇ ਸਨ। ਟੁਕੜੀ ਜਗ ਤੋਂ ਨਿਆਰੀ ਕਵਿਤਾ ਅਨੁਸਾਰ ਕੁਦਰਤ ਦੀ ਦੇਵੀ ਦੇ ਮੁੱਠੀ ਦੇ ਵਿੱਚ ਕੀ ਕੀ ਆਇਆ? ਆਪਾਂ ਉੱਤਰ ਦੇਵਾਂਗੇ ਪਿਆਰੇ ਵਿਦਿਆਰਥੀਓ ਕਿ ਸਾਰੇ ਅਰਸ਼ੀ ਨਜ਼ਾਰੇ। ਕੁਝ ਪ੍ਰਸ਼ਨ ਮੈਂ ਤੁਹਾਡੇ ਵਾਸਤੇ ਛੱਡ ਦਿੰਦਾ ਹਾਂ ਕਿ ਟੁਕੜੀ ਜਗ ਤੋਂ ਨਿਆਰੀ ਕਿਸ ਧਰਤੀ ਨੂੰ ਕਿਹਾ ਗਿਆ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਇਸ ਨੂੰ ਲਿਖਣਾ ਹੈ। ਸਤਰਾਂ ਵੀ ਪੂਰੀਆਂ ਕਰਨੀਆਂ ਹਨ। ਸੁਣ ਕੇ ਮੇਰੀ ਆਵਾਜ਼ ਤੇ ਤੁਸੀਂ ਕਾਪੀ ਤੇ ਵੀ ਨੋਟ ਕਰ ਲੈਣੀਆਂ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ, ਅਗਲੀ ਇਹਦੀ ਪਿਆਰੇ ਵਿਦਿਆਰਥੀਓ ਕਾਵ ਸਤਰ ਪੂਰੀ ਕਰੋ। ਅਗਲਾ ਜਿਹੜਾ
ਉਸ ਥਾਂ ਕਸ਼ਮੀਰ ਬਣ ਗਿਆ। ਇਸ ਦੀ ਅਗਲੀ ਵੀ ਟੁਕੜੀ ਤੁਸੀਂ ਪੂਰੀ ਕਰਨੀ ਹੈ ਪਿਆਰੇ ਵਿਦਿਆਰਥੀਓ। ਤੇ ਮੈਂ ਆਪ ਜੀ ਨੂੰ ਇਹ ਵੀ ਬੇਨਤੀ ਕਰਾਂਗਾ ਸਾਰੇ ਵਿਦਿਆਰਥੀਆਂ ਨੂੰ ਦੁਆਬਾ ਰੇਡੀਓ ਦੇ ਮਾਧਿਅਮ ਦੁਆਰਾ ਕਿ ਪਿਆਰੇ ਵਿਦਿਆਰਥੀਓ ਇਸ ਕਵਿਤਾ ਨੂੰ ਖੂਬਸੂਰਤ ਲੈ ਦੇ ਨਾਲ ਤੁਸੀਂ ਗਾਉਣਾ ਵੀ ਹੈ ਔਰ ਗਾ ਕੇ ਜਿਨ੍ਹਾਂ ਵਿਦਿਆਰਥੀਆਂ ਕੋਲ ਸੈੱਲਫੋਨ ਹਨ ਉਹ ਪਿਆਰੇ ਵਿਦਿਆਰਥੀ ਮੈਨੂੰ ਆਪਣੀ ਆਵਾਜ਼ ਦੇ ਵਿੱਚ ਰਿਕਾਰਡ ਕਰਕੇ ਮੈਨੂੰ ਘੱਲਣਗੇ ਵੀ। ਆਪਣੇ ਅਧਿਆਪਕਾਂ ਨੂੰ ਵੀ ਘੱਲੋ ਜਿਹੜੇ ਤੁਹਾਡੇ ਅਧਿਆਪਕ ਤੁਹਾਨੂੰ ਲਾਜ਼ਮੀ ਪੰਜਾਬੀ ਦਾ ਵਿਸ਼ਾ ਪੜ੍ਹਾਉਂਦੇ ਹਨ। ਸੋ ਪਿਆਰੇ ਵਿਦਿਆਰਥੀਓ, ਆਸ ਕਰਦਾ ਹਾਂ ਕਿ ਤੁਸੀਂ ਦੁਆਬਾ ਰੇਡੀਓ ਦੀ ਇਸ ਪੇਸ਼ਕਾਸ਼ ਦੇ ਵਿੱਚੋਂ ਬਹੁਤ ਸਾਰਾ ਪੰਜਾਬੀ ਭਾਸ਼ਾ ਦਾ, ਮਾਤ ਭਾਸ਼ਾ ਦਾ ਇਸ ਪਾਠ ਦਾ ਆਨੰਦ ਮਾਣਿਆ ਹੋਵੇਗਾ। ਆਉਣ ਵਾਲੇ ਲੈਕਚਰਾਂ ਦੇ ਵਿੱਚ ਤੁਹਾਡੇ ਨਾਲ ਫੇਰ ਮੁਖਾਤਬ ਹੋਵਾਂਗੇ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕਰੋਨਾ ਤੋਂ ਬਚ ਕੇ ਰਹਿਣਾ, ਆਪਣੇ ਪਰਿਵਾਰ ਦੇ ਵਿੱਚ ਰਹਿਣਾ, ਸੁਖੀ ਵਸੋ, ਤੰਦਰੁਸਤ ਵਸੋ। ਤਦ ਤੱਕ ਲਈ ਆਪਣੇ ਅਧਿਆਪਕ ਨੂੰ ਦਿਓ ਆਗਿਆ। ਧੰਨਵਾਦ। ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ।